ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਅਪਡੇਟਸ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਤਹਿਤ ਅੱਜ ਵੱਡਾ ਦਿਨ ਹੈ। ਅੱਜ ਪੂਰੇ ਮੁਲਕ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 18 ਫਰਵਰੀ ਭਾਵ ਅੱਜ ਦੇ ਦਿਨ ਰੇਲਾਂ ਰੋਕੀਆਂ ਜਾਣਗੀਆਂ। 4 ਘੰਟੇ ਦੇ ਲਈ ਪੂਰੇ ਮੁਲਕ ਦੇ ਵਿੱਚ ਰੇਲਾਂ ਰੋਕੀਆਂ ਜਾਣੀਆਂ ਨੇ। ਦੱਸਦੀ ਕਿ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਉੱਤੇ ਫੈਸਲਾ ਲਿਆ ਹੈ। ਕਿਸਾਨ ਜਥੇਬੰਦੀਆਂ ਦੇ ਮੁਤਾਬਿਕ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 11 ਜ਼ਿਲ੍ਹਿਆਂ ਦੇ ਵਿੱਚ 31 ਥਾਵਾਂ ਤੇ ਰੇਲ ਪਟੜੀਆਂ ਉੱਪਰ ਧਰਨੇ ਲੱਗਣਗੇ। ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ ਇਹ ਐਲਾਨ ਕੀਤਾ ਹੈ ਕਿ 3 ਖੇਤੀ ਕਾਨੂੰਨ ਰੱਦ ਕਰਵਾਉਣ ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਤਿੱਖੇ ਐਲਾਨ ਕਿਸਾਨ ਜਥੇਬੰਦੀਆਂ ਕਰਨਗੀਆਂ ਜੇਕਰ ਸਰਕਾਰ ਜਲਦ ਉਹਨਾਂ ਦੇ ਨਾਲ ਵਾਰਤਾਲਾਪ ਕਰਕੇ ਇਹਨਾਂ ਖੇਤੀ ਕਾਨੂੰਨਾਂ ਦੇ ਰੇੜਕੇ ਨੂੰ ਸਮਾਪਤ ਨਹੀਂ ਕਰਦੀ। ਉਧਰ ਹੁਣ ਚੰਡੀਗੜ੍ਹ ਦੇ ਵਿੱਚ ਵੀ ਮਹਾ ਪੰਚਾਇਤ ਹੋਣ ਜਾ ਰਹੀ ਹੈ। ਜੀ ਹਾਂ, ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਇਸ ਕਿਸਾਨ ਮਹਾ ਪੰਚਾਇਤ ਦੇ ਵਿੱਚ ਵੱਡੇ ਕਿਸਾਨ ਆਗੂ ਪਹੁੰਚਣਗੇ। ਦੱਸਦੀ ਹੈ ਕਿ 20 ਤਰੀਕ ਨੂੰ ਇਹ ਕਿਸਾਨ ਮਹਾ ਪੰਚਾਇਤ ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਹੋਣੀ ਹੈ, ਜਿਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਹੋਈ ਹੈ। ਕੀ ਕੁਝ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਏਜੰਡੇ ਨੇ ਤੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਮਹਾ ਪੰਚਾਇਤ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਨੂੰ ਵੱਡਾ ਹੁਲਾਰਾ ਜ਼ਰੂਰ ਦੇਵੇਗੀ। ਸਾਡਾ ਜਿਹੜਾ ਅੱਜ ਦਾ ਮੁੱਦਾ ਹੈਗਾ ਜੀ, ਆਪਾਂ ਇੱਕ ਮਹਾ ਪੰਚਾਇਤ ਕਰ ਰਹੇ ਹਾਂ ਜੀ 20 ਤਰੀਕ ਨੂੰ 25 ਸੈਕਟਰ ਰੈਲੀ ਗਰਾਊਂਡ ਦੇ ਵਿੱਚ ਜੀ। ਇਹ ਜਿਹੜੀ ਮਹਾ ਪੰਚਾਇਤ ਹੋ ਰਹੀ ਹੈ ਜੀ, ਚੰਡੀਗੜ੍ਹ, ਪੰਚਕੂਲਾ, ਮੋਹਾਲੀ ਤੇ ਲਾਗ ਪਾਸ ਦੇ ਸਾਰੇ ਪਿੰਡਾਂ ਤੋਂ ਰਲ ਕੇ ਅਸੀਂ ਕਰ ਰਹੇ ਹਾਂ ਜੀ। ਇਹਦੇ ਵਿੱਚ ਸਾਡੇ ਵੀਰ ਜਵਾਲਾ ਜੀ ਆਏ ਹੋਏ ਨੇ ਜੀ, ਆਪਣਾ ਲੋਕ ਭਲਾਈ ਸੰਸਥਾ ਤੋਂ, ਗੁਰਦੁਆਰਾ ਅਸਥਾਪਨ ਕਮੇਟੀ ਤੋਂ ਆਪਣਾ ਸਾਨੀ ਵੀਰ ਜੀ ਆਏ ਹੋਏ ਨੇ ਜੀ। ਬਾਕੀ ਅਸੀਂ ਨੌਜਵਾਨ ਕਿਸਾਨ ਏਕਤਾ ਤੋਂ ਆ ਜੀ। ਤੇ ਸਾਡਾ ਮੇਨ ਉਪਰਾਲਾ ਜਿਹੜਾ ਹੈਗਾ ਜੀ, ਇੱਕ ਚੰਡੀਗੜ੍ਹ ਦੇ ਲੋਕ ਜਿਹੜੇ ਆਪਾਂ ਇੱਥੇ ਰਹਿੰਦੇ ਹਾਂ ਜੀ, ਇੱਕ ਅਸੀਂ ਕਿਤੇ ਨਾ ਕਿਤੋਂ ਜ਼ਰੂਰ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ ਜੀ। ਉਹਦੇ ਉਪਲਕਸ਼ ਦੇ ਵਿੱਚ ਅਸੀਂ ਹੁਣ ਤੱਕ 8 ਮਾਰਚ ਕਰ ਚੁੱਕੇ ਹਾਂ ਜੀ। ਉਹਦਾ ਵੇਰਵਾ ਅਸੀਂ ਤੁਹਾਨੂੰ ਦੱਸ ਦਾਂਗੇ। ਬਾਕੀ ਸਾਡਾ 9ਵਾਂ ਮਾਰਚ ਇਹ ਹੈ ਜੀ, ਆਪਣਾ ਜਿਹੜੀ ਅਸੀਂ ਰੈਲੀ ਕਰ ਰਹੇ ਹਾਂ ਜੀ। ਜਿਹੜੇ ਅਸੀਂ ਪਹਿਲੇ 8 ਮਾਰਚ ਕਰ ਚੁੱਕੇ ਹਾਂ ਜੀ, ਉਹ ਅਸੀਂ 27 ਸਤੰਬਰ ਨੂੰ ਸਭ ਤੋਂ ਪਹਿਲਾਂ ਜੀ ਪੈਦਲ ਰੋਸ ਮਾਰਚ ਮੋਹਾਲੀ ਤੋਂ ਗਵਰਨਰ ਹਾਊਸ ਦਾ ਘਰਾਓ ਚੰਡੀਗੜ੍ਹ ਦਾ ਕੀਤਾ ਸੀਗਾ ਜੀ। ਦੂਜਾ ਅਸੀਂ 4 ਅਕਤੂਬਰ 2020 ਨੂੰ ਰੋਸ ਮਾਰਚ ਜਦੋਂ ਸ਼ੰਭੂ ਬੈਰੀਅਰ 'ਤੇ ਮੋਰਚਾ ਲੱਗਿਆ ਜੀ, ਇੱਥੋਂ ਅਸੀਂ ਪੂਰਾ ਆਪਣਾ ਜਥਾ ਲੈ ਕੇ ਸ਼ੰਭੂ ਬੈਰੀਅਰ ਗਏ ਸੀਗੇ ਜੀ। 3 ਦਸੰਬਰ ਨੂੰ ਜੀ 2020 ਚੰਡੀਗੜ੍ਹ ਤੋਂ ਸਿੰਘੂ ਬਾਰਡਰ ਦਿੱਲੀ ਅਸੀਂ ਇੱਥੋਂ ਟਰਾਲੀਆਂ, ਗੱਡੀਆਂ ਅਤੇ ਮੋਟਰਸਾਈਕਲ ਨਾਲ ਅਸੀਂ ਆਪਣਾ ਸਾਰਾ ਜਥਾ ਲੈ ਕੇ ਉੱਥੇ ਰਸਦ ਵੀ ਅਸੀਂ ਨਾਲ ਉੱਥੇ ਲੈ ਕੇ ਗਏ ਸੀਗੇ ਜੀ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਮੁਬਾਰਕਬਾਦ ਚੋਣਾਂ ਜਿੱਤਣ ਤੋਂ ਬਾਅਦ ਦਿੱਤੀ ਗਈ ਹੈ ਤੇ ਨਾਲ ਹੀ ਮੁੱਖ ਮੰਤਰੀ ਨੇ ਖਾਸ ਤੌਰ ਤੇ ਉੱਤੇ ਇਹਨਾਂ ਚੋਣਾਂ ਨੂੰ 2022 ਨੂੰ ਲੈ ਕੇ ਵੀ ਜੋੜ ਕੇ ਵੇਖਿਆ। ਉਹਨਾਂ ਦਾ ਕਹਿਣਾ ਹੈ ਕਿ 2022 ਦੇ ਵਿੱਚ ਵੀ ਲੋਕ ਇਸੇ ਤਰ੍ਹਾਂ ਪਿਆਰ ਦੇਣ ਤਾਂ ਪੰਜਾਬ ਲਗਾਤਾਰ ਵਿਕਾਸ ਦੇ ਵੱਲ ਵਧੇਗਾ। ਅੱਜ ਜਿਹੜੀਆਂ ਚੋਣਾਂ ਹੋਈਆਂ ਸੀ ਸਾਡੀਆਂ ਕਾਰਪੋਰੇਸ਼ਨ ਦੀਆਂ ਔਰ ਮਿਊਨਿਸਪਲ ਕਮੇਟੀ ਦੀਆਂ, ਉਹਨਾਂ ਦੀ ਅੱਜ ਗਿਣਤੀ ਹੋਈ ਹੈ। ਔਰ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਹਿੰਮਤ ਨਾਲ, ਇੰਨੇ ਪਿਆਰ ਨਾਲ ਤੁਸੀਂ ਕਾਂਗਰਸ ਪਾਰਟੀ ਦੀ ਸਪੋਰਟ ਕੀਤੀ ਹੈ। ਜਿਹੜੇ ਅੱਜ ਰਿਜ਼ਲਟ ਆਏ ਨੇ, ਮੇਰਾ ਖਿਆਲ ਕਦੇ ਵੀ ਪੰਜਾਬ 'ਚ ਇਹੋ ਜਿਹੇ ਰਿਜ਼ਲਟ ਪਹਿਲਾਂ ਨਹੀਂ ਆਏ ਕਿਸੇ ਪਾਰਟੀ ਨੂੰ ਵੀ। ਇਹ ਇੱਕ ਬਹੁਤ ਥੋੜੀ ਹਿੰਮਤ ਹੈ ਜਿਹਦੇ ਕਰਕੇ ਤੁਸੀਂ ਬਾਹਰ ਨਿਕਲੇ ਔਰ ਸਾਡੀ ਪਾਰਟੀ ਨੂੰ ਸਪੋਰਟ ਕੀਤਾ। ਔਰ ਇਸ ਦੇ ਨਾਲ ਹੀ ਮੈਂ ਧੰਨਵਾਦੀ ਹਾਂ ਸਾਡੇ ਪ੍ਰਧਾਨ ਜੀ ਦਾ, ਸੁਨੀਲ ਜਾਖੜ ਜੀ ਦਾ, ਜਿਨ੍ਹਾਂ ਦੀ ਪ੍ਰਧਾਨਗੀ ਹੇਠ ਸਾਰੇ ਸਾਡੇ MLA ਸਾਹਿਬਾਨ ਕਾਂਗਰਸ ਪਾਰਟੀ ਦੇ, ਸਾਡੇ ਅਹੁਦੇਦਾਰ ਸਾਹਿਬਾਨ, ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ, ਸਾਰੇ ਆਪਣੇ DCCs ਵਗੈਰਾ, ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਲੜਾਈ ਬੜੀ ਜ਼ਬਰਦਸਤ ਲੜੀ। ਔਰ ਇਹ ਜਿਹੜੇ ਅੱਜ ਆંકੜੇ ਨੇ ਇਹ ਦਿਖਾਉਂਦੇ ਨੇ ਕਿ ਤੁਸੀਂ ਆਪਣੇ ਕਿਸ ਕਿਸਮ ਦਾ ਕੰਮ ਕੀਤਾ ਹੈ। ਤੋ ਸਾਰਿਆਂ ਨੂੰ, ਪੰਜਾਬੀਆਂ ਨੂੰ ਔਰ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੂੰ ਔਰ ਲੀਡਰਸ਼ਿਪ ਨੂੰ ਮੇਰੇ ਦਿਲੋਂ ਬਹੁਤ ਬਹੁਤ ਧੰਨਵਾਦ। ਕਾਫੀ ਆਪਣੇ ਡਿਵੈਲਪਮੈਂਟ ਤਾਂ ਆਪਣੇ ਸੂਬੇ 'ਚ ਪਿਛਲੇ 4 ਸਾਲਾਂ 'ਚ ਹੋ ਗਈ ਹੈ। ਇਹਦੇ ਬਾਵਜੂਦ ਕਿ ਅੱਧਾ ਸਾਲ ਤੱਕ ਕੋਵਿਡ ਨੇ ਸਾਡਾ ਖਤਮ ਕਰ ਦਿੱਤਾ
ਉਸ ਤੋਂ ਬਾਅਦ ਫਿਰ ਇਹ ਹੁਣ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਹੈ। ਇਹ ਦਿੱਲੀ ਦੀ ਸਰਕਾਰ ਮੰਨ ਨਹੀਂ ਰਹੀ ਅਤੇ ਜੋ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ। ਤੋ ਇਹਦੇ ਬਾਵਜੂਦ ਸਾਡੀ ਗਵਰਨਮੈਂਟ ਨੇ ਜਿੱਥੇ ਵੀ ਅਸੀਂ ਸ਼ਹਿਰਾਂ ਦੇ ਵਿੱਚ ਔਰ ਪਿੰਡਾਂ ਵਿੱਚ ਵੀ ਕੰਮ ਕਰ ਸਕੇ ਹਾਂ, ਅਸੀਂ ਕੰਮ ਕੀਤਾ ਹੈ। ਔਰ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਕਿ ਅਗਲੇ ਸਾਲ ਵਿੱਚ ਜਿਹੜਾ ਅਧੂਰਾ ਰਹਿ ਗਿਆ ਇਸ ਇੱਕ ਪਿਛਲੇ ਸਾਲ ਦੀ ਘਾਟ ਕਰਕੇ ਉਹਨੂੰ ਅਸੀਂ ਪੂਰਾ ਕਰਾਂਗੇ। ਥੋੜੀ ਡਿਵੈਲਪਮੈਂਟ ਜਿਹੜੀ ਵੀ ਇਸ਼ੂਜ਼ ਜਿਹੜੇ ਵੀ ਮਸਲੇ ਰਹਿੰਦੇ ਨੇ ਉਹਨਾਂ ਨੂੰ ਇੱਕ ਵਾਰ ਇੱਕ ਕਰਕੇ ਅਸੀਂ ਇਹਨਾਂ ਨੂੰ ਪੂਰਾ ਕਰਾਂਗੇ, ਪਿੰਡਾਂ ਵਿੱਚ ਵੀ ਔਰ ਆਪਣੇ ਸ਼ਹਿਰਾਂ ਵਿੱਚ ਵੀ। ਤਾਂ ਕਿਸੇ ਨੂੰ ਮਨ 'ਚ ਨਾ ਰਹੇ ਕਿ ਆਹ ਕੰਮ ਹੋਣਾ ਸੀ, ਇਹ ਰਹਿ ਗਿਆ, ਇਹ ਨਹੀਂ ਰਹਿ ਗਿਆ, ਕਿਉਂਕਿ ਇੱਕ ਸਾਲ ਹੀ ਸਾਡਾ ਮਰ ਗਿਆ ਇਸ ਕੰਮ 'ਚ। ਤਾਂ ਮੈਂ ਤੁਹਾਨੂੰ ਭਰੋਸਾ ਦੇਣਾ ਇਸ ਵਾਸਤੇ ਵੀ ਚਾਹੁੰਦਾ। ਔਰ ਇਹ ਲੜਾਈ ਸਾਡੀ ਹੁਣ ਇਹ ਸ਼ੁਰੂਆਤ ਹੋਈ ਹੈ ਸਾਡੀ। ਅਗਲਾ ਅਸਲ ਪੰਜਾਬ ਦੇ ਭਵਿੱਖ ਦੀ ਲੜਾਈ ਤਾਂ ਆਉਣੀ ਹੈ, ਅਗਲੇ ਸਾਲ ਆਉਣੀ ਹੈ, ਸਾਲ ਵੀ ਨਹੀਂ ਰਿਹਾ ਉਹਦੇ ਵਾਸਤੇ। ਤਾਂ ਇਹ ਅਸੀਂ ਡਿਵੈਲਪਮੈਂਟ ਸਾਰੇ ਕਰਕੇ ਤੁਹਾਡੇ ਕੋਲ ਆਵਾਂਗੇ। ਔਰ ਮੈਂ ਆਸ ਕਰਦਾ ਕਿ ਜਿਸ ਤਰੀਕੇ ਨਾਲ ਤੁਸੀਂ ਪਿਆਰ ਹੁਣ ਦਿੱਤਾ ਹੈ ਕਾਂਗਰਸ ਪਾਰਟੀ ਨੂੰ 2022 ਦੇ ਵਿੱਚ ਵੀ ਜਦ ਅਸੈਂਬਲੀ ਦੀ ਚੋਣਾਂ ਹੋਣਗੀਆਂ, ਇਸੇ ਤਰੀਕੇ ਨਾਲ ਤੁਸੀਂ ਕਰੋਗੇ। ਉਧਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੇ ਲਈ ਪਹੁੰਚੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਤੋਂ ਸਾਂਸਦ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਨੇ ਮਿਲ ਕੇ ਤਕਰੀਬਨ 40 ਮਿੰਟ ਦੀ ਇਸ ਮੀਟਿੰਗ ਦੇ ਵਿੱਚ ਕਾਫੀ ਲੰਬੀ ਵਾਰਤਾਲਾਪ ਕੀਤੀ ਹੈ। ਇਸ ਦਰਮਿਆਨ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਸੀ ਕਿ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਜਿਨ੍ਹਾਂ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਹੈ, ਬੇਸ਼ੱਕ ਉਹ CBI ਰੇਟਸ ਨੂੰ ਲੈ ਕੇ ਗੱਲ ਹੋਵੇ, ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ ਗੱਲ ਹੋਵੇ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਉਹਨਾਂ ਨੇ ਜਲਦ ਕਾਰਵਾਈ ਦੇ ਆਦੇਸ਼ ਦਿੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਦਾ ਕਹਿਣਾ ਸੀ ਕਿ ਜਲਦ ਤੋਂ ਜਲਦ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ। ਪ੍ਰੋਕਿਉਰਮੈਂਟ ਨਾਲ ਰਿਲੇਟਡ ਇਸ਼ੂਜ਼ ਤੇ ਗੱਲਬਾਤ ਹੋਈ ਹੈ। ਕੋਈ ਸਾਡੇ CM ਸਾਹਿਬ ਦੀ ਗੱਲਬਾਤ ਹੋਈ ਸੀਗੀ ਅਮਿਤ ਸ਼ਾਹ ਜੀ ਨਾਲ, ਤੇ ਉਸੇ ਹੀ ਰਿਲੇਸ਼ਨ 'ਚ ਮੈਂ ਇੱਥੇ ਆਇਆ। ਜਿਹੜੇ ਇਸ਼ੂਜ਼ ਸੀਗੇ, ਚਾਹੇ ਉਹ ਡਾਇਰੈਕਟ ਪੇਮੈਂਟ ਟੂ ਫਾਰਮਰਸ ਇਸ਼ੂ ਹੋਵੇ ਜਾਂ RDF ਦਾ ਇਸ਼ੂ ਹੋਵੇ, ਕੋਈ ਗਨੀ ਬੈਗਸ ਦਾ ਇਸ਼ੂ ਹੈ ਜਾਂ CBI ਰੇਟਸ ਦਾ, ਸਾਰੇ ਡਿਸਕਸ ਕੀਤੇ ਗਏ ਤੇ ਬੜੇ ਪੋਜ਼ਿਟਿਵ ਉਹਨਾਂ ਨੇ ਰਿਸਪੌਂਡ ਕੀਤਾ। ਤੇ ਜਿਹੜੇ ਇਸ਼ੂਜ਼ ਨੇ ਉਹ ਕੰਸਰਨ ਮਿਨਿਸਟਰੀ ਨਾਲ डिस्कस करके उन्हें दूर करवाएंगे, उन्होंने वायदा करेगा। सर बकाया पैसे को लेकर क्या बातचीत हुई? वो भी उन्होंने बोला भी मैं कंसर्न मिनिस्ट्री से बात करके उसको डील करवाता हूँ और आपको दिलवाता हूँ। RDF को क्या लेकर क्या आश्वासन उन्होंने पॉजिटिव दिया है। सर किसान आंदोलन को लेकर कोई बातचीत हुई है? वो कंसर्न तो है, उन्होंने कंसर्न शो किया, जल्दी ख़त्म होना चाहिए, कोई रास्ता निकलना चाहिए। और हमारी सरकार का स्टैंड बहुत क्लियर है अभी। ये क्योंकि पंजाब एग्रेरियन स्टेट है और किसानी के ऊपर डिपेंडेंट है, ये अगर किसान को ये सूट नहीं करते लॉज तो ये रिपील होने चाहिए। जूट को लेकर कोई बातचीत हुई है? जूट की जिस तरीके से कमी देश के अंदर बढ़ रही है, वो किस तरीके से आप लोग तैयार? वो सारे हम तो पूरा तैयार रहेंगे, ये हम कोशिश करेंगे, पर हमने चाहा है उनसे भी हमें जूट जल्दी से जल्दी और ज़्यादा प्रोवाइड करवाया जाए, क्योंकि सबसे पहले हमारी प्रोक्योरमेंट रहती है, हम सबसे ज़्यादा प्रोक्योर करते हैं और बहुत जल्दी हमारा सीज़न बहुत शॉर्ट होता है, हमें एकदम से बोरियाँ चाहिए होती हैं। सर जिस तरीके से CBI रेड हो रही है पंजाब के अंदर, उसको लेकर क्या बातचीत हुई है? क्या पंजाब CBI रेड्स, हाँ, उन्होंने बोला भी हम किसी को पंजाब को टारगेट नहीं कर रहे, ये सभी स्टेटों में, गुजरात, छत्तीसगढ़ वगैरह सब में हुई, हरियाणा में हुई, तो हमने क्वालिटी चेक करनी है और हमने ये चेक करना है भी हमारे स्टॉक्स पूरे हैं कि नहीं है। अच्छा, अभी तक छत्तीसगढ़ में कोई पकड़ा गया और वहाँ FIR हुई है, पंजाब में कुछ नहीं। अगर पंजाब में कोई गलती होगी तभी हम एक्शन लेंगे, नहीं तो नहीं। क्योंकि किसानी आंदोलन के चलते कहा जा रहा था कि सरकार जो है कार्रवाई कर रही है। हाँ, ऐसा कंसर्न उन्होंने बोला भी हम टारगेट नहीं कर रहे, ये सारे देश में ही जहाँ प्रोक्योरमेंट होती है वहीं चेक हो रहा है। उधर कांग्रेस के सीनियर आगू राहुल गांधी भी लगातार ਆਪਣੇ ਵੱਖੋ ਵੱਖਰੇ ਕਿਸਮ ਦੇ ਇਕੱਠਾਂ ਦੇ ਵਿੱਚ ਵੱਡੇ ਬਿਆਨ ਦਿੰਦੇ ਨੇ। ਇੱਕ ਹੋਰ ਵੱਡਾ ਬਿਆਨ ਰਾਹੁਲ ਗਾਂਧੀ ਤੇ ਵੱਲੋਂ ਆਇਆ, ਜਿਸ ਦੇ ਵਿੱਚ ਰਾਹੁਲ ਗਾਂਧੀ ਨੇ ਮਸ਼ੇਰਿਆਂ ਦੇ ਵਿੱਚ ਬੈਠ ਕੇ ਬਿਆਨ ਦਿੰਦਿਆਂ ਕਿਹਾ ਹੈ ਕਿ ਮਸ਼ੇਰੇ ਵੀ ਸਮੁੰਦਰ ਦੇ ਕਿਸਾਨ ਨੇ। ਜਿਸ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਨੇ, ਉਸੇ ਤਰ੍ਹਾਂ ਇਹਨਾਂ ਮਸ਼ੇਰਿਆਂ ਨੂੰ ਵੀ ਹੱਕ ਮਿਲਣੇ ਚਾਹੀਦੇ ਨੇ। ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਮਸ਼ੇਰਿਆਂ ਨੂੰ ਲੈ ਕੇ ਵੀ ਇੱਕ ਨਵਾਂ ਮੰਤਰਾਲੇ ਬਣਨਾ ਚਾਹੀਦਾ। The current government is attacking all small and medium businesses because they want all businesses in India to be controlled by big corporations. Our view is completely different. We want to strengthen small and medium businesses because we believe that that is the strength of this country. So whether it is demonetization, whether it is GST, whether it is how the government reacted in Corona, all of
these actions are designed to weaken small and medium businesses. ਉਧਰ ਬੀਤੇ ਦਿਨੀ ਪੰਜਾਬ ਦੇ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਤੇ ਆਗੂਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਪ੍ਰੈਸ ਕਾਨਫਰੰਸ ਦੇ ਦੌਰਾਨ ਸੁਨੀਲ ਜਾਖੜ ਨੇ ਅਬੋਹਰ ਸੀਟ ਨੂੰ ਲੈ ਕੇ ਵੀ ਖਾਸ ਤੌਰ ਦੇ ਉੱਤੇ ਚਰਚਾ ਕੀਤੀ ਹੈ, ਕਿਉਂਕਿ ਅਬੋਹਰ ਹਲਕਾ ਸੁਨੀਲ ਜਾਖੜ ਦਾ ਆਪਣਾ ਹਲਕਾ ਹੈ। ਇਸ ਕਰਕੇ ਸੁਨੀਲ ਜਾਖੜ ਨੇ ਉੱਥੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਕਾਂਗਰਸ ਦੇ ਉਮੀਦਵਾਰ ਜਿੱਤੇ ਨੇ। ਤੇ ਹੁਣ ਪੰਜਾਬ ਦੀ ਜੇਕਰ ਸ਼ਹਿਰੀ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਉਹ ਕਾਂਗਰਸ ਦੇ ਪਲੜੇ ਦੇ ਵਿੱਚ ਆ ਚੁੱਕੀ ਹੈ। ਉਧਰ ਅਕਾਲੀ ਦਲ ਨੇ ਵੀ ਵੱਡੀ ਟੱਕਰ ਕਾਂਗਰਸ ਨੂੰ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਵੋਟ ਸ਼ੇਅਰ ਵਧਾਉਣ ਦੇ ਵਿੱਚ ਕਾਮਯਾਬ ਹੋਈ ਹੈ, ਪਰ ਉਮੀਦਵਾਰ ਬਹੁਤ ਘੱਟ ਜਿੱਤ ਹਾਸਲ ਕਰ ਸਕੇ ਨੇ। ਗੱਲ ਭਾਜਪਾ ਦੀ ਕਰੀਏ ਤਾਂ ਭਾਜਪਾ ਨੂੰ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਚੱਲਦਿਆਂ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਲੈ ਕੇ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਆਖਿਰਕਾਰ ਨਤੀਜੇ ਕਿਸ ਤਰ੍ਹਾਂ ਦੇ ਰਹੇ ਨੇ। ਪ੍ਰੈਸ ਕਾਨਫਰੰਸ ਸੁਣਦੇ ਹਾਂ, ਉਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਏ ਹੋਏ ਪ੍ਰਤੀਕਰਮ ਵੀ ਸੁਣਾਵਾਂਗੇ। ਤੁਸੀਂ ਇੱਕ ਦੋਨੋਂ ਪਾਰਟੀਆਂ ਜਦੋਂ ਇਕੱਠੀਆਂ ਸੀ, ਜਦੋਂ ਨੂੰਹ ਮਾਸ ਦਾ ਕਹਿੰਦੇ ਸੀ ਵੀ ਨੂੰਹ ਮਾਸ ਦਾ ਰਿਸ਼ਤਾ, ਬਾਦਲ ਸਾਹਿਬ ਦੇ ਬਿਆਨ ਸੁਣ ਲਓ, ਛੋਟੇ ਬਾਦਲ ਸਾਹਿਬ ਦੇ ਬਿਆਨ ਸੁਣ ਲਓ, ਬੀਜੇਪੀ ਦੀ ਲੀਡਰਸ਼ਿਪ ਦੇ ਬਿਆਨ ਸੁਣ ਲਓ, ਦੋਨਾਂ ਦੇ ਇੱਕੋ ਹੀ ਬਿਆਨ ਹੁੰਦੇ ਸੀ। ਜਿਹੜਾ ਸਾਡਾ ਇਕਜੁੱਟਤਾ ਹੈ, ਬੀਜੇਪੀ ਅਕਾਲੀ ਇਕਜੁੱਟਤਾ ਹੈ, ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਜ਼ਰੂਰੀ ਹੈ। ਬਿਕੋਜ਼ ਪੰਜਾਬ ਦੀ ਅਮਨ ਸ਼ਾਂਤੀ ਨੂੰ ਇਹਨਾਂ ਦੋਵਾਂ ਤੋਂ ਖਤਰਾ ਸੀਗਾ। ਜਿਸ ਤਰ੍ਹਾਂ ਉਹ ਫਿਲਮ ਸ਼ੋਲੇ 'ਚ ਕਹਿੰਦਾ ਨਾ, ਗੱਬਰ ਕੇ ਤਾਪ ਸੇ ਤੁਮੇ ਖੁਦ ਗੱਬਰ ਹੀ ਬਚਾ ਸਕਤਾ ਹੈ, ਉਹੀ ਹਾਲ ਇਹਨਾਂ ਦਾ ਸੀਗਾ। ਨਹੀਂ, ਹੱਸਣ ਦੀ ਗੱਲ ਨਹੀਂ ਸਾਹਿਬ, ਦਿਸ ਇਜ਼ ਅ ਫੈਕਟ। ਇਹ ਲੋਕ ਇਹਨਾਂ ਨੇ ਜਿਹੜੇ ਜ਼ਹਿਰ ਬੀਜੇ ਹੈ, ਫॉर them ਕਿਸਾਨ ਇਜ਼ ਅ ਵੋਟ ਬੈਂਕ, ਜਿਹਨੂੰ ਇਹਨਾਂ ਦੇ ਜਿਹੜੇ ਬਾਹਰੋਂ ਆਏ ਹੈ ਬੀਜੇਪੀ ਵਾਲੇ, ਜਿਹੜੇ ਇਹਨਾਂ ਦੇ ਇੰਚਾਰਜ, ਉਹਨੇ ਆ ਕੇ ਕਹਿਤਾ ਹੈ ਤਾਂ ਜੱਟ ਸਿੱਖ ਹੈ, ਉਹ ਪਰਸੈਂਟੇਜ ਕੱਢੀ ਬੈਠੇ ਸੀਗੇ। ਇਹਨਾਂ ਦਾ ਤਾਂ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ। ਉਹ ਪੰਜਾਬ ਨੂੰ ਖਿੱਤਿਆਂ 'ਚ ਵੋਟ ਬੈਂਕ ਦੇ ਨਜ਼ਰੀਏ ਨਾਲ ਦੇਖਦੇ ਹੈ। ਪੰਜਾਬ ਨੂੰ ਪੰਜਾਬ ਦੇ ਤੌਰ ਤੇ ਇੱਕ ਅਣਖੀਲਾ ਸੂਬਾ, ਸਾਡਾ ਹੱਸਦਾ ਖੇਡਦਾ ਰੰਗੀਲਾ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇਖਦੇ ਵੀ ਪੰਜਾਬ ਦੀ ਗੱਲ ਕੌਣ ਕਰ ਰਿਹਾ। ਦੈਟਸ ਵਾਟ ਵੀ ਆਰ ਡੂਇੰਗ ਸਾਹਿਬ। ਉਹ ਲੋਕ ਕੁਰਸੀ ਦੇਖ ਰਹੇ ਹੈ, ਅਸੀਂ ਪੰਜਾਬ ਦਾ ਭਵਿੱਖ ਦੇਖ ਰਹੇ ਹਾਂ। ਦੇਖੋ, ਲੋਕਾਂ ਨੇ ਆਪਣਾ ਫਤਵਾ ਦੇਤਾ। ਦਿਸ ਇਜ਼ ਬਿਯੋਂਡ ਮਾਈ ਰਿਮਿਟ ਟੂ ਸੇ ਵੀ ਕੌਣ ਹੋਊਗਾ ਕਿ ਨਹੀਂ, ਪਰ ਲੋਕਾਂ ਨੇ ਮੇਰੇ ਖਿਆਲ ਸੁਨੇਹਾ ਬਹੁਤ ਹੀ ਕਲੀਅਰ ਦੇਤਾ ਵੀ ਆ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ, ਜਿਹਨੇ ਐਡਾ ਵੱਡੀ ਆ ਜਿੱਤ ਡਿਲੀਵਰ ਕੀਤੀ ਹੈ। ਸੋ ਆਈ ਥਿੰਕ ਦਾ ਮੈਸੇਜ ਇਜ਼ ਲਾਊਡ ਐਂਡ ਕਲੀਅਰ। ਉਹਦੇ ਤੇ ਸੁਨੀਲ ਦੀ ਰეკਮੈਂਡੇਸ਼ਨ ਦੀ ਲੋੜ ਨਹੀਂ। ਆਈ ਥਿੰਕ ਦਿਸ ਮੈਸੇਜ ਇਜ਼ ਵੈਰੀ ਕਲੀਅਰ। ਪੰਜਾਬ ਦੇ ਲੋਕਾਂ ਨੇ ਜਿਹੜਾ ਮੈਸੇਜ ਕਰ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਆਹ ਧਮਕ ਦਿੱਲੀ ਤਾਂ ਹੀ ਪੈ ਰਹੀ ਹੈ ਸਾਹਿਬ, ਮੋਦੀ ਸਾਹਿਬ ਦੇ ਕੰਨਾਂ ਤਾਂ ਹੀ ਪੈਣੀ ਬਹੁਤ ਜ਼ਰੂਰੀ ਸੀਗੀ, ਜਿਹੜੀ ਪੰਜਾਬ ਦੇ ਲੋਕਾਂ ਨੇ ਡਿਲੀਵਰ ਕੀਤਾ ਲੋਕਤਾਂਤਰਿਕ ਤਰੀਕੇ ਨਾਲ। ਹੁਣ ਪੰਜਾਬ ਨੂੰ ਆਹ ਨਹੀਂ ਕਹਿ ਸਕਦੇ ਵੀ ਆਹ ਖਾਲਿਸਤਾਨੀ ਬੈਠੇ ਹੈ, ਦੇਸ਼ ਦਰੋਹੀ ਹੈ। ਨਹੀਂ, ਅਸੀਂ ਜਿਹੜੀ ਤਾਕਤ ਸਾਨੂੰ ਲੈ ਕੇ ਦਿੱਤੀ ਹੈ ਵੋਟ ਦੀ, ਸ਼ਹੀਦ ਭਗਤ ਸਿੰਘ ਨੇ, ਲਾਲਾ ਲਾਜਪਤ ਰਾਏ ਨੇ, ਉਹਦਾ ਇਸਤੇਮਾਲ ਕੀਤਾ ਹੈ। ਉਧਰ ਬੇਸ਼ੱਕ ਅਕਾਲੀ ਦਲ ਦੇ ਜੱਦੀ ਸੀਟ ਮੰਨੀ ਜਾਂਦੀ ਹੈ ਬਠਿੰਡਾ, ਬੇਸ਼ੱਕ ਉੱਥੋਂ ਕਾਂਗਰਸ ਨੇ ਆਪਣੀ ਜਿੱਤ 53 ਸਾਲਾਂ ਤੋਂ ਬਾਅਦ ਹਾਸਲ ਕਰ ਲਈ ਹੈ, ਪਰ ਜੇਕਰ ਮਜੀਠਾ ਹਲਕੇ ਦੀ ਗੱਲ ਕਰੀਏ ਤਾਂ ਮਜੀਠਾ ਦੇ ਵਿੱਚ ਆਪਣਾ ਮੇਅਰ ਬਣਾਉਣ ਦੇ ਲਈ ਕਾਮਯਾਬ ਹੋ ਗਏ ਨੇ ਅਕਾਲੀ ਦਲ ਵਾਲੇ, ਕਿਉਂਕਿ ਅਕਾਲੀ ਦਲ ਨੇ ਉੱਥੋਂ ਵੱਡੀਆਂ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ, ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਹੋਈ ਹੈ। ਲੜਾਈ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਹਿ ਸਕਦੇ ਹੋ ਜਦੋਂ ਲੋਕਾਂ ਤੇ ਕਿਸੇ ਤਰੀਕੇ ਦਾ ਦਬਾਅ ਨਾ ਹੋਵੇ, ਲੋਕਾਂ ਨੂੰ ਵੋਟ ਪਾਉਣ ਵੇਲੇ ਡਰ ਨਾ ਮਹਿਸੂਸ ਹੋ ਰਿਹਾ ਹੋਵੇ, ਲੋਕੀ ਆਪਦੇ ਖੁੱਲੇ ਦਿਲੀ ਨਾਲ ਵੋਟ ਪਾ ਸਕਣ। ਮੈਂ ਵਧਾਈ ਇਹਨਾਂ ਬਹਾਦਰ ਕੈਂਡੀਡੇਟਾਂ ਨੂੰ, ਮਾਝੇ ਦੇ ਬਹਾਦਰ ਲੋਕਾਂ ਨੂੰ ਇਸ ਲਈ ਦੇ ਰਿਹਾ ਕਿ ਲੱਖ ਪ੍ਰੈਸ਼ਰ ਦੇ ਬਾਵਜੂਦ, ਧੱਕੇਸ਼ਾਹੀ ਦੇ ਬਾਵਜੂਦ, ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਬਚਾਉਣ ਵਾਸਤੇ, ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਦੇ ਤਸ਼ੱਦਦ ਦਾ, ਧੱਕੇ ਦਾ ਸਾਹਮਣਾ ਕਰਦੇ ਹੋਏ ਇਸ ਚੋਣ ਪ੍ਰਕਿਰਿਆ 'ਚ ਹਿੱਸਾ ਲਿਆ। ਔਰ ਇਹ ਗੱਲ ਇਸ ਤੋਂ ਵੀ ਸਪਸ਼ਟ ਹੈ, ਦੇਖੋ ਕੋਈ 40% ਸੀਟਾਂ ਨੇ ਪੰਜਾਬ 'ਚ ਜਿੱਥੇ ਇਲੈਕਸ਼ਨ ਹੀ ਨਹੀਂ ਹੋਈ, ਇੱਕ ਤਰਫੇ ਫੈਸਲੇ ਸੁਣਾਤੇ ਗਏ, ਕਾਗਜ਼ ਤੱਕ ਨਹੀਂ ਦਾਖਲ ਕਰਨ ਦਿੱਤੇ ਗਏ। ਜੇ ਦਾਖਲ ਹੋ ਗਏ ਤੇ ਵਿਰੋਧੀ ਪਾਰਟੀਆਂ ਦੇ ਕਾਗਜ਼ ਉਡਾਤੇ ਗਏ। ਔਰ ਮੈਂ ਜੇ ਉਦਾਹਰਨ ਦੇ ਤੌਰ ਤੇ ਤੁਹਾਨੂੰ ਭਿੱਖੀਵਿੰਡ ਦਾ ਦਵਾਂ, ਦੇਖੋ ਕਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਉੱਤੇ ਰਹਿ ਗਈ। ਠੀਕ ਹੈ ਜੇ ਅਸੀਂ ਸੀਟਾਂ 2 ਜਿੱਤੇ ਆ, ਮਗਰ ਇਲੈਕਸ਼ਨ ਕਿਹੜੀ ਰਹਿ ਗਈ ਜੇ 307
ਸਾਰੇ ਕੈਂਡੀਡੇਟਾਂ ਦੇ ਉੱਥੇ ਲੱਗ ਗਈ ਸੀ। ਪਹਿਲਾਂ ਤਾਂ ਉਹਨਾਂ ਨੇ ਜ਼ਮਾਨਤਾਂ ਲਈਆਂ, ਜਿੰਨਾ ਚਿਰ ਪ੍ਰਚਾਰ ਚੱਲਿਆ ਉਹ ਆਪਦੀ ਜ਼ਮਾਨਤਾਂ ਲੈਣ ਤੇ ਰਹੇ। ਅਖੀਰਲੇ 3 ਦਿਨ ਉਹਨਾਂ ਨੇ ਲੜਾਈ ਲੜੀ ਆ, ਔਰ ਫੇਰ ਵੀ ਮੈਂ ਸਮਝਦਾ 3 ਦਿਨ ਲੜਾਈ ਲੜ ਕੇ ਉਹਨਾਂ ਨੂੰ ਕੁਝ ਹਾਸਲ ਹੋਇਆ, ਪ੍ਰਾਪਤੀ ਮਿਲੀ ਆ। ਇਹ ਬਹੁਤ ਵੱਡੀ ਦਿਲੇਰਾਨਾ ਉਹਨਾਂ ਦੀ ਹਿੰਮਤ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ 100-307 ਮਜ਼ਾਕ ਨਹੀਂ ਹੈ ਜੀ, ਅਟੈਂਪਟ ਟੂ ਮਰਡਰ ਲੱਗ ਜਾਣੀ, ਫੇਰ ਲੜਾਈ ਲੜਨੀ। ਉਧਰ ਹਰਸਿਮਰਤ ਕੌਰ ਬਾਦਲ ਨੇ ਵੀ ਜਿੱਤਣ ਵਾਲੇ ਉਮੀਦਵਾਰਾਂ ਨੂੰ ਲੈ ਕੇ ਟਿੱਪਣੀ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਜਿੱਤਣ ਵਾਲੇ ਉਮੀਦਵਾਰ ਹੋਣ ਜਾਂ ਫਿਰ ਹਾਰਨ ਵਾਲੇ, ਦੋਵੇਂ ਹੀ ਇਸ ਜਿੱਤ ਦੇ ਲਈ ਵਧਾਈ ਤੇ ਪਾਤਰ ਨੇ, ਕਿਉਂਕਿ ਇਸ ਮੌਜੂਦਾ ਦੌਰ ਦੇ ਵਿੱਚ ਜਿੱਤ ਹਾਸਲ ਕਰਨਾ ਤੇ ਇਹਨਾਂ ਚੋਣਾਂ ਨੂੰ ਲੜਨਾ ਹੀ ਵੱਡੀ ਗੱਲ ਸੀ। ਮੇਰੇ ਵੱਲੋਂ ਸਮੂਹ ਅਕਾਲੀ ਦਲ ਦੇ ਜਿੰਨੇ ਵੀ ਕੈਂਡੀਡੇਟ ਜਿਨ੍ਹਾਂ ਨੇ ਐਮਸੀ ਚੋਣਾਂ 'ਚ ਇਹ ਜ਼ਬਰਦਸਤ ਜੰਗ ਲੜੀ, ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ। ਜਿਹੜੇ ਜਿੱਤੇ ਨੇ ਉਹਨਾਂ ਨੂੰ ਤਾਂ ਵੱਡੀਆਂ ਵਧਾਈਆਂ, ਲੇਕਿਨ ਜਿਹੜੇ ਨਹੀਂ ਵੀ ਜਿੱਤ ਸਕੇ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ। ਇਸ ਕਾਂਗਰਸ ਪਾਰਟੀ ਦੇ ਜ਼ੋਰ ਜ਼ਬਰ ਦਾ ਮੁਕਾਬਲਾ ਕੀਤਾ, ਲੜਾਈ ਲੜੀ। ਪਰਮਾਤਮਾ ਦੀ ਕਿਰਪਾ ਦੇ ਨਾਲ 2022 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਲੱਗੀ ਹੈ ਤੇ ਜਿਹੜੇ ਕਾਂਗਰਸੀਆਂ ਨੇ ਜ਼ੋਰ ਜ਼ਬਰ ਕੀਤਾ ਉਹਨਾਂ ਦਾ ਤਾਂ ਜਿਹੜਾ ਹਾਲ ਹੋਊਗਾ, ਲੇਕਿਨ ਜਿਹੜੇ ਅਫਸਰਾਂ ਦਾ ਸਹਾਰਾ ਲੈ ਕੇ ਇਹਨਾਂ ਨੇ ਜ਼ੋਰ ਜ਼ਬਰ ਕੀਤਾ, ਮੈਂ ਕਹਿੰਦੀ ਉਹਨਾਂ ਅਫਸਰਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਉਹਨਾਂ ਦੇ ਇੱਕ ਦਾ ਹਿਸਾਬ ਕਿਤਾਬ ਲਿੱਤਾ ਜਾਊਗਾ। ਇੱਕ ਵਾਰ ਫੇਰ ਮੈਂ ਆਪਣੇ ਸਮੂਹ ਪਾਰਟੀ ਨੂੰ, ਆਪਣੇ ਵੋਟਰਾਂ ਨੂੰ, ਆਪਣੇ ਵਰਕਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ। ਉਧਰ ਲਗਾਤਾਰ ਜਦੋਂ ਤੋਂ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ ਚੱਲ ਰਿਹਾ, ਉਸ ਤੋਂ ਕੁਝ ਸਮੇਂ ਬਾਅਦ ਹੀ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪੰਜਾਬ ਦੇ ਸੰਸਦਾਂ ਦਾ ਵੀ ਧਰਨਾ ਲਗਾਤਾਰ ਜਾਰੀ ਹੈ। ਇਹਨਾਂ ਵਿੱਚ ਪੰਜਾਬ ਦੇ ਕਾਂਗਰਸੀ ਸੰਸਦ ਰਵਨੀਤ ਬਿੱਟੂ ਹੋਣ, ਗੁਰਜੀਤ ਔਜਲਾ ਹੋਣ, ਜਸਵੀਰ ਡਿੰਪਾ ਦੇ ਸਮੇਤ ਕੁਲਵੀਰ ਜੀਰਾ ਵਰਗੇ ਵਿਧਾਇਕ ਵੀ ਮੌਜੂਦ ਨੇ। ਤੇ ਇਸੇ ਦਰਮਿਆਨ ਜੰਤਰ ਮੰਤਰ ਤੇ ਬੈਠਿਆਂ ਬਿਆਨ ਦਿੰਦਿਆਂ ਗੁਰਜੀਤ ਔਜਲਾ ਅਤੇ ਰਵਨੀਤ ਬਿੱਟੂ ਨੇ ਚੋਣਾਂ ਦੇ ਵਿੱਚ ਜਿੱਤ ਦੀ ਵਧਾਈ ਵੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਵੀ ਟਿੱਪਣੀ ਕੀਤੀ ਹੈ। ਅੱਜ ਦੀਆਂ ਚੋਣਾਂ ਦਾ ਰਿਜ਼ਲਟ ਜਿਹੜਾ ਕਾਂਗਰਸ ਦੇ ਹੱਕ 'ਚ ਆਇਆ, ਮੈਂ ਇਸ ਗੱਲ ਦੀ ਮੁਬਾਰਕ ਮੁੱਖ ਮੰਤਰੀ ਸਾਹਿਬ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਕਾਂਗਰਸ ਪ੍ਰਧਾਨ ਨੂੰ ਔਰ ਸਾਡੇ ਐਮਐਲਏ ਸਾਹਿਬਾਨ ਨੂੰ, ਐਮਪੀ ਸਾਹਿਬਾਨ ਨੂੰ ਔਰ ਸਭ ਤੋਂ ਵੱਧ ਜਿਹੜੀ ਕਾਂਗਰਸ ਵਰਕਰ ਨੂੰ ਵਧਾਈ ਦਿੰਦਾ ਹੈ ਔਰ ਕੈਂਡੀਡੇਟ ਨੂੰ ਦਿੰਦਾ ਹੈ, ਕਿਉਂਕਿ ਬਹੁਤ ਵੱਡਾ ਰੋਲ ਕੈਂਡੀਡੇਟ ਦੇ ਚਿਹਰੇ ਦਾ ਵੀ ਇਹਦੇ 'ਚ ਹੁੰਦਾ ਹੈ। ਸੋ ਉਹਨਾਂ ਸਭਨਾਂ ਨੂੰ ਵਧਾਈ ਜਿਹੜੇ ਲੋਕਾਂ ਨਾਲ ਜੁੜੇ ਨੇ ਔਰ ਸਹੀ ਫੈਸਲੇ ਜਿਹੜੇ ਆ ਪਾਰਟੀ ਨੇ ਕੀਤੇ, ਸਹੀ ਟਿਕਟਾਂ ਦਿੱਤੀਆਂ ਔਰ ਉਹਨਾਂ ਨੇ ਸਹੀ ਕੰਮ ਜਿਹੜੇ ਜ਼ਮੀਨ ਤੇ ਕੀਤੇ ਸੀ, ਉਹਦਾ ਪ੍ਰਤੱਖ ਰੂਪ ਅੱਜ ਦੇਖਣ ਨੂੰ ਮਿਲਿਆ। ਕਾਂਗਰਸ ਪਾਰਟੀ ਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤ ਆ ਉਹ ਪੰਜਾਬ 'ਚ ਦਰਜ ਕਰਾਈ ਹੈ। ਦੇਖੋ ਇਹੀ ਤੇ ਤੁਹਾਨੂੰ ਕਹਿ ਰਹੇ ਕਿ ਲੋਕਤੰਤਰ ਤਰੀਕਾ ਆ, ਚਾਹੇ ਅਕਾਲੀ ਦਲ ਜਿੱਤੇ ਚਾਹੇ ਕਾਂਗਰਸ ਜਿੱਤੇ, ਇਹ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ। ਸਰਕਾਰ ਦਾ ਕੰਮ ਹੁੰਦਾ ਸਹੀ ਪ੍ਰਸ਼ਾਸਨ ਦੇ ਨਾਲ ਉਹਨੂੰ ਕਾਨੂੰਨ ਨੂੰ ਲਾਗੂ ਕਰਨਾ। ਸੋ ਚਾਹੇ ਮਜੀਠਾ ਉਹਨਾਂ ਨੇ ਜਿੱਤਿਆ, ਉਹ ਆਰੋਪ ਕਿਸ ਤਰੀਕੇ ਨਾਲ ਲਾ ਸਕਦੇ ਆ ਕਿ ਕਾਂਗਰਸ ਜਿਹੜੀ ਆ ਉਹ ਧੱਕਾ ਕਰਦੀ ਹੈ, ਜਾਂ ਜਿੱਥੇ ਵੀ ਕਿਤੇ ਕੈਂਡੀਡੇਟ ਇਹਨਾਂ ਦੀ ਜਿੱਤੇ ਨੇ। ਸੋ ਇਹ ਜਿਹੜੇ ਬੇਬੁਨਿਆਦ ਆਰੋਪ ਨੇ। ਸਾਡਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਇੱਕ ਬੜਾ ਵਧੀਆ ਸਲੀਕਾ ਹੈ ਕੰਮ ਕਰਨ ਦਾ ਕਿ ਅਧਿਕਾਰ ਜਿਹੜੇ ਲੋਕਾਂ ਨੂੰ ਦਿੱਤੇ ਜਾਂਦੇ ਆ ਤੇ ਜਿਹੜੇ ਕੰਮ ਨੇ ਉਹ ਉਹਨਾਂ ਦੇ ਬੋਲਦੇ ਨੇ। ਇਹਨਾਂ ਦੀਆਂ ਕੀਤੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ, ਇਸ ਕਰਕੇ ਇਹਨਾਂ ਨੂੰ ਜਿਹੜੀ ਆ ਪੰਜਾਬ ਦੇ ਵਿੱਚ ਬੜੀ ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪਿਆ। ਇਹ ਸੈਮੀਫਾਈਨਲ ਮੰਨ ਲਓ, ਫਾਈਨਲ ਮੰਨ ਲਓ, ਅਸੀਂ ਤਾਂ ਹਰ ਇਲੈਕਸ਼ਨ ਜਿਹੜੀ ਉਹ ਫਾਈਨਲ ਦੀ ਤਰ੍ਹਾਂ ਹੀ ਲੜਦੇ ਹਾਂ। ਅਸੀਂ ਕੋਈ ਸੈਮੀਫਾਈਨਲ ਨਹੀਂ ਸੋਚਦੇ ਕਿ ਸੈਮੀਫਾਈਨਲ ਫਾਈਨਲ ਬਾਅਦ 'ਚ ਆਏਗਾ। ਤਾਂ ਸਾਡਾ ਜਿਹੜਾ ਵਰਕਰ ਹੈ ਉਹ ਜੋਸ਼ ਦੇ ਨਾਲ ਹਰ ਇੱਕ ਇਲੈਕਸ਼ਨ ਲੜਦਾ ਆ ਔਰ ਇਹ 2022 ਦੇ ਵਿੱਚ ਵੀ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਬਣੇਗੀ। ਲੋਕ ਬਣਾਉਣਗੇ, ਅਸੀਂ ਲੋਕ ਕਚਹਿਰੀ 'ਚ ਜਾਵਾਂਗੇ, ਫੈਸਲਾ ਲੋਕਾਂ ਨੇ ਕਰਨਾ ਆ ਔਰ ਮੈਨੂੰ ਆਸ ਹੈ ਕਿ ਜਿਹੜੇ ਕੰਮ ਕੀਤੇ ਆ ਉਹਨਾਂ ਦੇ ਲੋਕ ਮੋਹਰ 22 'ਚ ਵੀ ਜ਼ਰੂਰ। ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਸੇਵਾ ਕਰ ਰਿਹਾ ਸੀ, ਸਭ ਤੋਂ ਵੱਡੀ ਤਾਂ ਕਰੋਨਾ 'ਚ ਸਾਡੇ ਵਰਕਰ ਨੇ ਕੱਲੇ ਨੇ ਕਰੋਨਾ 'ਚ ਹਰ ਜਗ੍ਹਾ ਰਾਸ਼ਨ ਪਹੁੰਚਾਇਆ, ਹਰ ਜਗ੍ਹਾ ਦਵਾਈ ਪਹੁੰਚਾਈ, ਹਰ ਜਗ੍ਹਾ ਹਸਪੀਟਲ ਜੇ ਲੋੜ ਪਈ ਉੱਥੇ ਪਹੁੰਚਾਇਆ। ਤੇ ਲੋਕ ਭੁੱਲਦੇ ਥੋੜੀ ਨੇ ਜੋ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਨੇ ਇਹ ਗੱਲ ਨਰਿੰਦਰ ਮੋਦੀ ਜੀ ਨੇ ਔਨ ਰਿਕਾਰਡ ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕਰਦੇ ਕਹੇ ਆ ਵੀ ਜੇ ਸਭ ਤੋਂ ਚੰਗਾ ਕੰਮ ਕੋਈ ਮੁੱਖ ਮੰਤਰੀ ਕਰ ਰਿਹਾ ਕੀਤਾ ਜਿਹਨੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੇ, ਤੇ ਜਿਨ੍ਹਾਂ ਨੇ ਸਾਡੇ ਰੋਜ਼ ਬਾਹਰ ਐਨਆਰਆਈ, ਕਿਉਂਕਿ ਪੰਜਾਬ 'ਚ ਸਾਰੇ ਬਾਹਰ ਨੇ, ਹਰ ਫਲਾਈਟ ਆਉਂਦੀ ਸੀ, ਕਿਸ ਤਰੀਕੇ ਨਾਲ ਕੁਆਰੰਟਾਈਨ ਕੀਤਾ, ਕਿਸ ਤਰੀਕੇ ਨਾਲ ਇਲਾਜ ਕੀਤਾ। ਇਹ ਤਾਂ ਦੁਨੀਆ ਦਾ ਦੇਸ਼ ਦਾ ਪ੍ਰਧਾਨ ਮੰਤਰੀ ਮੰਨ ਗਿਆ, ਕਿਸ ਤਰੀਕੇ ਨਾਲ ਉਹਨਾਂ ਨੇ ਲਾਕਡਾਊਨ ਸਭ ਤੋਂ ਪਹਿਲਾਂ ਕੀਤਾ। ਤੇ ਇਸ ਗੱਲ ਦਾ ਕ੍ਰੈਡਿਟ ਆ ਜਿਹੜਾ ਉਹ ਲੋਕਤੰਤਰ 'ਚ ਲੋਕ ਵੋਟ ਪਾ ਕੇ ਦਿੰਦੇ ਆ, ਉਹ ਦਿੱਤਾ ਸਾਡੇ ਕੈਪਟਨ ਸਾਹਿਬ ਨੂੰ। ਦੂਜੀ ਗੱਲ, ਜਦੋਂ ਇਹ ਤਾਂ ਇਹ ਹਾਲ ਆ 1 ਤੇ 1 11 ਸੀ, ਇਹ ਆ ਦੇਖ ਲਓ 1 ਤੇ 1 11 ਆ ਅਕਾਲੀ ਦਲ ਆ ਬੀਜੇਪੀ, ਹੁਣ ਦੋਨੋਂ ਐ ਹੋ ਗਏ ਤੇ ਇਸ ਕਰਕੇ ਇਹਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਰੀਏ ਕੀ। ਹੁਣ ਤੀਜੀ ਗੱਲ ਸੁਣ ਲਓ,
ਜਿੱਥੋਂ ਬੀਜੇਪੀ ਦੇ ਇੱਕ ਐਮਪੀ ਇੱਕ ਮੰਤਰੀ ਆਉਂਦਾ, ਉਹ ਜ਼ਿਲ੍ਹਾ ਗੁਰਦਾਸਪੁਰ ਤੋਂ ਆਉਂਦਾ, ਤੇ ਅਸ਼ਵਨੀ ਸ਼ਰਮਾ ਬੀਜੇਪੀ ਦਾ ਪ੍ਰਧਾਨ ਵੀ ਹੈ ਉੱਥੋਂ। ਜ਼ੀਰੋ, ਖਾਤਾ ਹੀ ਨਹੀਂ ਖੁੱਲਿਆ ਸਨੀ ਦਿਓਲ ਤੇ ਅਸ਼ਵਨੀ ਸ਼ਰਮਾ ਜੀ ਬੀਜੇਪੀ ਦਾ। ਇਹ ਸੁਨੇਹਾ ਨਹੀਂ, ਇਹ ਬਿੱਲਾਂ ਦਾ ਸੁਨੇਹਾ, ਮੈਂ ਦੱਸਦਾ ਤੁਹਾਨੂੰ। ਦੂਜੇ ਸੋਮ ਪ੍ਰਕਾਸ਼ ਜੀ ਮੰਤਰੀ ਨੇ ਹੁਸ਼ਿਆਰਪੁਰ ਤੋਂ, ਐਮਪੀ ਨੇ। ਤਿਕਸ਼ਨ ਸੂਦ ਉੱਥੋਂ ਨੇ, ਸਾਡੇ ਸੰਪਲਾ ਸਾਹਿਬ ਉੱਥੋਂ ਨੇ। ਕੁੱਲ 4 ਸੀਟਾਂ, ਚਾਰ ਸੀਟਾਂ ਜਿੱਥੇ ਕਬਜ਼ੇ ਹੁੰਦੇ ਸੀ, ਉਹਨਾਂ ਦੇ ਜਿੱਤ ਹੁੰਦੀ ਸੀ। ਇਹ ਅੱਗੇ ਕਹਿੰਦੇ ਸੀ ਇਹ ਕਿਸਾਨਾਂ ਦਾ ਵਿਰੋਧ ਆ ਜੀ, ਇਕੱਲਾ ਇਹ ਪੰਜਾਬ ਦਾ ਵਿਰੋਧ ਆ ਜੀ। ਹੁਣ ਕਿਸਾਨ ਤਾਂ ਉਰੇ ਬੈਠੇ ਆ, ਕਿਸਾਨ ਲੀਡਰ ਉਰੇ ਬੈਠੇ ਆ, ਅਸੀਂ ਉਰੇ ਬੈਠੇ ਆ, ਕਿਵੇਂ ਜਿੱਤ ਹੋ ਗਈ? ਦੇਖੋ, ਮੈਂ ਸਮਝਦਾ ਕਿ ਪੰਜਾਬ ਦੀ ਜਿੱਤ ਹੈ, ਪੰਜਾਬ ਦੀ ਏਕਤਾ ਦੀ ਜਿੱਤ ਹੈ। ਇਹ ਜੈ ਜਵਾਨ ਜੈ ਕਿਸਾਨ ਦੀ ਜਿੱਤ ਹੈ, ਕਿਸਾਨ ਅੰਦੋਲਨ ਦੀ ਜਿੱਤ ਹੈ। ਔਰ ਮੈਂ ਮਹਿਸੂਸ ਇਹ ਕਰਦਾ ਹੈ ਕਿ ਜਿਸ ਤਰੀਕੇ ਦੇ ਨਾਲ ਝੂਠਾ ਇਲਜ਼ਾਮ ਇਹ ਪਾਰਟੀਆਂ ਲਗਾ ਰਹੀਆਂ ਸੀ, ਉਹਨਾਂ ਸਾਰਿਆਂ ਦੀ ਹੁਣ ਹਵਾ ਨਿਕਲ ਗਈ। ਔਰ ਇਹ ਕਹਿ ਰਿਹਾ ਹੈ ਕਿ ਅਸੀਂ ਸਾਨੂੰ ਕਾਗਜ਼ ਨਹੀਂ ਦਾਖਲ ਹੋਣ ਦਿੱਤੇ। ਬਈ 9200 ਦੇ ਕਰੀਬ ਉਮੀਦਵਾਰ ਇਲੈਕਸ਼ਨ ਲੜ ਰਹੇ, ਕਾਂਗਰਸ ਪਾਰਟੀ ਦੇ ਸਿਰਫ 2200 ਲੜ ਰਹੇ ਸੀਗੇ। 7000 ਉਮੀਦਵਾਰ ਕਾਂਗਰਸ ਦੇ ਖਿਲਾਫ ਇਲੈਕਸ਼ਨ ਲੜ ਰਹੇ ਸੀ। 2302 ਵਾਰਡਾਂ ਦੇ ਵਿੱਚੋਂ 10-15 ਜਗ੍ਹਾ ਦੇ ਉੱਪਰ ਇਹ ਹਿੰਸਕ ਘਟਨਾਵਾਂ ਹੋਈਆਂ। ਇਲੈਕਸ਼ਨ ਕਮਿਸ਼ਨ ਨੇ ਉੱਥੇ ਦੁਬਾਰਾ ਇਲੈਕਸ਼ਨ ਵੀ ਕਰਵਾ ਦਿੱਤੇ। ਉਹਦੇ ਬਾਵਜੂਦ ਵੀ ਜੇਕਰ ਇਹ ਬੁਰੀ ਤਰ੍ਹਾਂ ਨਾਲ ਹਾਰੇ ਹੈ, ਮੈਂ ਸਮਝਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਨੀਤੀਆਂ ਦੀ ਜਿੱਤ ਹੈ, ਕਾਂਗਰਸ ਪਾਰਟੀ ਦੀ ਨੀਤੀਆਂ ਦੀ ਜਿੱਤ ਹੈ। ਔਰ ਪੰਜਾਬ ਦੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਬੀਜੇਪੀ ਦਾ ਸੁਖੜਾ ਸਾਫ਼ ਕੀਤਾ, ਇਹਨਾਂ ਨੂੰ ਆਪਣੇ ਗਰੇਬਾਂ 'ਚ ਝਾਤੀ ਮਾਰ ਕੇ ਆਪਣੀ ਕਮੀਆਂ ਨੂੰ ਦਰੁਸਤ ਕਰਨਾ ਚਾਹੀਦਾ। ਦੂਸਰੇ ਦੇ ਉੱਪਰ ਇਲਜ਼ਾਮ ਲਗਾਉਣ ਦੀ ਬਜਾਏ ਆਪਣੀਆਂ ਕਮੀਆਂ ਨੂੰ ਠੀਕ ਕਰੋ, ਤਾਂ ਕਿ ਲੋਕ ਤੁਹਾਡੇ ਚੰਗੇ ਕੰਮਾਂ ਦੀ ਸਹਾਰਨਾ ਕਰਨ। ਲੋਕਾਂ ਨੇ ਤੁਹਾਨੂੰ ਰਿਜੈਕਟ ਕੀਤਾ, ਇਹ ਲੋਕਾਂ ਦੀ ਜਿੱਤ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।